ਅਸੀਂ ਹੁਣ ਵਾਇਲੈਂਸ ਨੂੰ ਐਕਸੈਪਟ ਕਰਨ ਲਈ ਕਿਸੇ ਕੋਸਟ ਤੇ ਤਿਆਰ ਨਹੀਂ ਹੈਗੇ, ਕਿਉਂਕਿ ਡਾਕਟਰ ਜਿਹੜੇ ਹੈਗੇ ਵਾਇਲੈਂਸ ਤੇ ਮੈਂਟਲੀ ਪ੍ਰੀਪੇਅਰਡ ਹੀ ਹੈ ਨਹੀਂਗੇ। ਜੇ ਕੋਈ ਕਿਸੇ ਪ੍ਰੋਪਰਟੀ ਲਾਸ ਹੁੰਦਾ ਹੈਗਾ ਤਾਂ ਉਹਦਾ ਡਬਲ ਲਾਸ ਜਿਹੜਾ ਹੈਗੀ ਪਾਰਟੀ ਨੂੰ ਦੇਣਾ ਪਊਗਾ ਅਪੋਜ਼ਿਟ ਪਾਰਟੀ। ਇੱਕ ਦੋ ਵਾਰੀ ਜਿਹੜੇ ਕਲਪਰੇਟ ਹੈਗੇ ਉਹ ਫੜੇ ਜਾਣਗੇ, ਉਹਨਾਂ ਨੂੰ ਸਜ਼ਾ ਹੋ ਜੂ ਤਾਂ ਸਾਨੂੰ ਲੱਗਦਾ ਇਹਦੇ ਨਾਲ ਪਬਲਿਕ ਨੂੰ ਮੈਸੇਜ मिल जाएगा। तो आप डॉक्टर्स को ये नहीं सोच सकते कि आप उनके ऊपर 304 लगा रहे हैं जी, उन्होंने मार दिया जी, सो दैट इज़ रॉन्ग। उन्होंने एलोपैथी के अगेंस्ट बोला, उसको दिवालिया साइंस बोला, स्टूपिड साइंस बोला। तो अपनी कोरोना लॉन्च करने के लिए वो इस कदर नीचे गिर गए कि उन्होंने किसी के लिए कुछ भी बोल दिया। इंडियन मैडिकल एसोसीएशन ਵੱਲੋਂ ਅੱਜ ਨੈਸ਼ਨਲ ਪ੍ਰੋਟੈਸਟ ਡੇ ਤੇ ਲੁਧਿਆਣਾ ਦੇ ਡਾਕਟਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਡਾਕਟਰਾਂ ਨਾਲ ਹੋ ਰਹੀ ਹਿੰਸਾ ਦੇ ਖਿਲਾਫ ਪ੍ਰੋਟੈਸਟ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਬਾਬਾ ਰਾਮਦੇਵ ਦੇ ਵਿਰੁੱਧ ਵੀ ਤਖਤੀ ਲਹਿਰਾਇਆ ਅਤੇ ਕਾਰਵਾਈ ਦੀ ਮੰਗ ਕੀਤੀ। ਉੱਥੇ ਹੀ ਗੱਲਬਾਤ ਕਰਦਿਆਂ ਡਾਕਟਰਾਂ ਨੇ ਕਿਹਾ ਕਿ 2007 ਵਿੱਚ ਪਹਿਲਾਂ ਹੀ ਕਾਨੂੰਨ ਬਣ ਚੁੱਕਾ ਹੈ ਕਿ ਕੋਈ ਵੀ ਡਾਕਟਰ ਨਾਲ ਬਦਸਲੂਕੀ ਨਹੀਂ ਕਰ ਸਕਦਾ, ਪਰ ਇਸ ਦੇ ਬਾਵਜੂਦ ਡਾਕਟਰ ਨੂੰ ਟਾਰਗੇਟ ਕੀਤਾ ਜਾਂਦਾ ਹੈ ਅਤੇ ਕਈ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਹਨ। ਉਹਨਾਂ ਨੇ ਮੰਗ ਕੀਤੀ ਕਿ ਅਜਿਹੇ ਕੁਝ ਤੱਤਾਂ ਦੀ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸਬਕ ਮਿਲੇ। ਹੁਣ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਡਾਕਟਰ ਨੂੰ ਗਲਤੀ ਹੁੰਦੀ ਹੈ ਤਾਂ ਪ੍ਰਸ਼ਾਸਨ ਨੂੰ ਹੱਕ ਹੈ ਕਿ ਉਸ ਨੂੰ ਸਜ਼ਾ ਦੇਵੇ, ਪਰ ਲੋਕ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਡਾਕਟਰਾਂ ਨਾਲ ਹਿੰਸਾ ਕਰਦੇ ਹਨ, ਜਿਸ ਨੂੰ ਬਰਦਾਸ਼ਤ नहीं किया जाएगा। ਅੱਜ ਅਸੀਂ ਨੈਸ਼ਨਲ ਆਈਐਮਏ ਦੀ ਕਾਲ ਤੇ ਲੁਧਿਆਣਾ ਆਈਐਮਏ ਹਾਊਸ ਸਾਰੇ ਆਈਐਮਏ ਦੇ ਬੰਦੇ ਇਕੱਠੇ ਹੋਏ ਹੈ। ਅੱਜ ਅਸੀਂ ਇਕੱਠੇ ਇਸ ਲਈ ਹੋਏ ਹਾਂ ਕਿ ਡਾਕਟਰਾਂ ਦੇ ਅਗੇਂਸਟ ਵਾਇਲੈਂਸ ਬਹੁਤ ਜ਼ਿਆਦਾ ਵੱਧ ਗਈ ਹੈਗੀ। ਪਿਛਲੇ 10 ਸਾਲਾਂ 'ਚ ਬਹੁਤ 10 ਟਾਈਮਸ ਵਾਇਲੈਂਸ ਵੱਧ ਗਈ ਹੈ। ਵਟ ਵੀ ਵਾਂਟ ਇਜ਼ ਜ਼ੀਰੋ ਟੋਲਰੈਂਸ ਅਗੇਂਸਟ ਵਾਇਲੈਂਸ। ਅਸੀਂ ਹੁਣ ਵਾਇਲੈਂਸ ਨੂੰ ਐਕਸੈਪਟ ਕਰਨ ਲਈ ਕਿਸੇ ਕੋਸਟ ਤੇ ਤਿਆਰ ਨਹੀਂ ਹੈਗੇ, ਕਿਉਂਕਿ ਡਾਕਟਰ ਜਿਹੜੇ ਹੈਗੇ ਵਾਇਲੈਂਸ ਤੇ ਮੈਂਟਲੀ ਪ੍ਰੀਪੇਅਰਡ ਹੀ ਹੈ ਨਹੀਂਗੇ। ਸੋ ਸਾਡੀ ਇਹ ਡਿਮਾਂਡ ਹੈਗੀ ਹੈ ਕਿ ਪੰਜਾਬ ਦੇ ਵਿੱਚ ਇੱਕ ਐਕਟ ਬਣਿਆ ਹੋਇਆ ਹੈਗਾ, ਪ੍ਰੋਟੈਕਸ਼ਨ ਆਫ ਨਰਸਿੰਗ ਹੋਮਸ ਐਂਡ ਵਾਇਲੈਂਸ ਅਗੇਂਸਟ ਡਾਕਟਰਸ ਐਕਟ ਬਣਿਆ ਹੋਇਆ ਹੈ, 2007 'ਚ ਬਣਿਆ ਸੀਗਾ। ਵੀ ਵਾਂਟ ਇਟ ਸ਼ੁੱਡ ਬੀ ਇੰਪਲੀਮੈਂਟਡ ਲੈਟਰ ਐਂਡ ਸਪਿਰਿਟ। ਉਹ ਹਾਲੇ ਹੋ ਨਹੀਂ ਰਿਹਾ ਹੈ। ਉਹਦੇ 'ਚ ਕੀ ਹੈਗਾ ਕਿ ਜੇ ਕੋਈ ਨਰਸਿੰਗ ਹੋਮ ਦੇ ਵਿੱਚ ਵਾਇਲੈਂਸ ਹੁੰਦੀ ਹੈਗੀ ਆ, ਦੈਟ ਓਫੈਂਸ ਇਜ਼ ਨਾਨ ਅਵੇਲੇਬਲ। ਉਹ 'ਚ 2 ਸਾਲਾਂ ਦੀ ਸਜ਼ਾ ਹੈਗੀ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਉਹ ਐਕਟ ਪੂਰੀ ਤਰ੍ਹਾਂ ਇੰਪਲੀਮੈਂਟ ਹੋਵੇ। ਸੈਕੰਡ ਥਿੰਗ ਇਜ਼ ਉਹ ਐਕਟ 'ਚ ਹੈਗਾ ਕਿ ਜੇ ਕੋਈ ਕਿਸੇ ਪ੍ਰੋਪਰਟੀ ਲਾਸ ਹੁੰਦਾ ਹੈਗਾ ਤਾਂ ਉਹਦਾ ਡਬਲ ਲਾਸ ਜਿਹੜਾ ਹੈਗੀ ਪਾਰਟੀ ਨੂੰ ਦੇਣਾ ਪਊਗਾ ਅਪੋਜ਼ਿਟ ਪਾਰਟੀ। ਸੋ ਅਸੀਂ ਚਾਹੁੰਦੇ ਕੀ ਹੈ ਕਿ ਉਹ ਐਕਟ ਨੂੰ ਇਨ ਲੈਟਰ ਐਂਡ ਸਪਿਰਿਟ ਇੰਪਲੀਮੈਂਟ ਕੀਤਾ ਜਾਵੇ। ਐਂਡ ਜਿਹੜਾ ਇਹੀ ਐਕਟ ਹੈਗਾ ਇਟ ਸ਼ੁੱਡ ਬੀ ਟਰਾਈਡ ਇਨ ਦੀ ਫਾਸਟ ਟਰੈਕ ਕੋਰਟ। ਜਿਹੜੀਆਂ ਕੋਰਟਸ ਫਾਸਟ ਟਰੈਕ ਹੈਗੀਆਂ ਉਹਨਾਂ 'ਚ ਇਹ ਟਾਈਮ ਬਾਉਂਡ ਹੋ ਕੇ ਇਹਦਾ ਡਿਸੀਜਨ ਹੋਵੇ, ਸੋ ਦੈਟ ਦੀ ਕਾਰਪੋਰੇਟਸ ਆਰ ਬ੍ਰਾਟ ਟੂ ਬੁੱਕ। ਇੱਕ ਦੋ ਵਾਰੀ ਜੇ ਇੱਕ ਦੋ ਵਾਰੀ ਜਿਹੜੇ ਕਲਪਰੇਟ ਹੈਗੇ ਉਹ ਫੜੇ ਜਾਣਗੇ, ਉਹਨਾਂ ਨੂੰ ਸਜ਼ਾ ਹੋ ਜੂ ਤਾਂ ਸਾਨੂੰ ਲੱਗਦਾ ਇਹਦੇ ਨਾਲ ਪਬਲਿਕ ਨੂੰ ਮੈਸੇਜ ਮਿਲ ਜਾਏਗਾ। ਆਲਮੋਸਟ ਪਿੱਛੇ 2-3 ਸਾਲ ਪਹਿਲਾਂ ਆਪਣੇ ਸਿੱਧੂ ਹਸਪੀਟਲ 'ਚ ਹੋਇਆ ਸੀ, ਲੁਧਿਆਣਾ 'ਚ ਵੀ ਹੁੰਦੇ ਨੇ ਡੇਲੀ। ਕੱਲ੍ਹ ਪਰਸੋਂ ਸਾਡੇ ਇੱਥੇ ਲੋਕਲ ਹੋਈ ਆ ਪ੍ਰੋਬਲਮ, 200 ਬੰਦਾ ਇਕੱਠਾ ਹੋ ਗਿਆ। ਅਸੀਂ ਚਾਹੁੰਦੇ ਹਾਂ, ਵੀ ਆਰ ਨਾਟ ਅਗੇਂਸਟ ਦੀ ਪਬਲਿਕ ਕੋਲ ਪੂਰਾ ਰਾਈਟ ਹੈਗਾ ਆਪਣਾ ਪ੍ਰੋਟੈਸਟ ਕਰਨ ਦਾ, ਬਟ ਵਟ ਵੀ ਵਾਂਟ ਇਜ਼ ਕਿ ਉਹਨਾਂ ਨੂੰ ਡਾਕਟਰ ਨੂੰ ਮੈਨ ਹੈਂਡਲ ਕਰਨ ਦਾ ਕੋਈ ਰਾਈਟ ਨਹੀਂ ਹੈ। ਜੇ ਉਹਨਾਂ ਨੂੰ ਕੋਈ ਗਰਜ ਹੈਗਾ ਕੋਈ, ਦੇ ਕੈਨ ਕੰਪਲੇਨ ਟੂ ਦੀ ਮੈਡੀਕਲ ਕਾਉਂਸਲ, ਟੂ ਦੀ ਮੈਡੀਕਲ ਕਾਉਂਸਲ ਆਫ ਇੰਡੀਆ, ਟੂ ਦੀ ਜੁਡੀਸ਼ਰੀ, ਕੇਸ ਕੰਜ਼ਿਊਮਰ ਕੇਸ ਕਰ ਸਕਦੇ ਨੇ, ਪੁਲਿਸ ਨੂੰ ਕਰ ਸਕਦੇ ਨੇ ਕੰਪਲੇਂਟ, ਡੀਸੀ ਨੂੰ ਕੰਪਲੇਂਟ ਕਰ ਸਕਦੇ ਨੇ। ਉਹਨਾਂ ਨੂੰ ਇਹ ਕੋਈ ਰਾਈਟ ਨਹੀਂ ਹੈਗਾ ਕਿ ਉਹ ਡਾਕਟਰ ਨੂੰ ਮੈਨ ਹੈਂਡਲ ਕਰਨ, ਡਾਕਟਰ ਨੂੰ ਮਾਰਨੇ ਦਾ ਕੋਈ ਰਾਈਟ ਹੀ ਹੈ ਨਹੀਂ, ਕਿਸੇ ਕੋਲ ਕੋਈ ਰਾਈਟ ਨਹੀਂ ਹੈਗਾ ਅਨਟਿਲ ਹੀ ਇਜ਼ ਪ੍ਰੂਵਡ ਗਿਲਟੀ। ਅਸੀਂ ਚਾਹੁੰਦੇ ਹਾਂ ਜੇ ਕਿਤੇ ਕੇਸ ਕਿਸੇ ਕੋਈ ਮੋਰਟੈਲਿਟੀ ਹੁੰਦੀ ਵੀ ਹੈਗੀ ਆ ਤਾਂ ਉਹਦਾ ਜਿਵੇਂ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਹੈਗੀਆਂ ਨੇ ਕਿ ਪਹਿਲਾਂ ਬੋਰਡ ਬੈਠੇਗਾ, ਇਫ ਦੀ ਡਾਕਟਰ ਇਜ਼ ਫਾਊਂਡ ਗਿਲਟੀ ਦੈਨ ਦਿਸ ਥਿੰਗ ਸ਼ੁੱਡ ਬੀ ਡਨ। ਸੋ ਪ੍ਰੋਬਲਮ ਕੀ ਆ ਰਹੀ ਹੈ ਕਿ ਮੌਬ ਚਾਹੁੰਦਾ ਜਦੋਂ ਆਉਂਦਾ ਆਪਣੇ ਆਪ ਹੀ ਸਭ ਕੁਝ ਕਰ ਲੈਂਦੇ ਨੇ। ਉਹ ਚਾਹੁੰਦੇ ਅਸੀਂ ਆਪਣਾ ਹੁਣੇ ਫੈਸਲਾ ਕਰ ਲਈਏ, ਦੈਟ ਇਜ਼ ਰੋਂਗ। ਲਾਅ ਆਫ ਦੀ ਲੈਂਡ ਪ੍ਰਵੇਲਸ। ਇੰਡੀਆ 'ਚ ਲਾਅ ਹੈਗਾ, ਉਹਨੂੰ ਪ੍ਰਵੇਲ ਕਰਦਾ, ਉਹਦੇ ਹਿਸਾਬ ਨਾਲ ਸਾਰਾ ਕੁਝ ਕਰਨਾ। ਸੋ ਸਾਡੀ ਇਹੀ ਡਿਮਾਂਡ ਹੈਗੀ ਆ ਕਿ ਵਾਇਲੈਂਸ ਇਜ਼ ਨਾਟ ਐਕਸੈਪਟੇਬਲ ਐਟ ਆਲ। ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ, ਆਈਐਮਏ ਇਹ ਨਹੀਂ ਕਹਿੰਦੀ ਹੈ ਕਿ ਜੇ ਕਿਸੇ ਨਾਲ ਕੋਈ ਧੱਕਾ ਹੁੰਦਾ ਆਈਐਮਏ ਤੋਂ ਅਗੇਂਸਟ ਜਾਏਗੀ। ਅਸੀਂ ਕਹਿੰਦੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਈ ਹੈ, ਕਿਤੇ ਕੋਈ ਲੱਗਦਾ ਇਲਾਜ ਨਹੀਂ ਠੀਕ ਹੋਇਆ, ਉਹਦੇ ਲਈ ਸੋ ਮੈਨੀ ਵੇਜ਼ कोर्ट जान अपना पीएमसी जितने मर्जी हैं, सो मेनी थिंग्स आर देयर। जो लोग डॉक्टर्स पे असॉल्ट करते हैं, डॉक्टर्स को मारने को दौड़ते हैं, वो सारी चीज़ के अगेंस्ट आज हमने प्रोटेस्ट किया है। ये चीज़ बिल्कुल भी टॉलरेबल नहीं है कि लोग डॉक्टर्स को मारें, पीटें और उन पर तरह तरह के इल्ज़ाम लगाएं और मॉब्स बाहर इकट्ठे करके हॉस्पिटल्स के ऊपर तरह तरह की हरकतें करें। ये सब चीज़ें इनटॉलरेबल हैं। तो आज हमने उसके लिए प्रोटेस्ट डे किया है। देखिए, वायलेंस एक तो फिज़िकल हो गई, वो तो खैर बहुत ही बड़ी बात है कि फ़िज़िकल वायलेंस आप जाके पीटना शुरू कर देते हो। आप सोचते हो कि डॉक्टर ने कोई, देखिए हर डॉक्टर चाहता है कि उसका मरीज़ बिल्कुल ठीक होकर जाए, वो उसको कोई डेलिबरेटली तो हार्म नहीं करता, लेकिन कोई बार कोई केसेस कॉम्प्लिकेटेड होते हैं, उनमें कोई ना कोई कॉम्प्लिकेशन आ जाती है जो भगवान की दी हुई होती है। आप ये समझ सकते हैं कि डॉक्टर बचा नहीं पाए, आप ये तो नहीं कह सकते कि डॉक्टर ने मार दिया। दोनों बातों में बहुत फ़र्क है। तो आप डॉक्टर्स को ये नहीं सोच सकते कि आप उनके ऊपर 304 लगा रहे हैं जी, उन्होंने मार दिया जी, सो दैट इज़ रॉन्ग।
और जो ये बाबा रामदेव वाला है वो एक तरह की वर्बल वायलेंस है। उन्होंने एक प्रोफेशन के ऊपर, जो प्रोफेशन इतने सालों से काम कर रहा है, लोगों की जान बची है। अभी आप वैक्सीन को ही ले लीजिए, वैक्सीन से ही कोरोना से बचेंगे ना, और कैसे बचेंगे? वैक्सीन साइंटिस्ट्स ने बनाई है ना, तो हम उसके अगेंस्ट कैसे बोल सकते हैं? बाबा रामदेव ने वैक्सीन के अगेंस्ट बोला, उन्होंने एलोपैथी के अगेंस्ट बोला, उसको दिवालिया साइंस बोला, स्टूपिड साइंस बोला, है ना। तो अपनी कोरोना लॉन्च करने के लिए वो इस कदर नीचे गिर गए कि उन्होंने किसी के लिए कुछ भी बोल दिया। तो ये सब चीज़ें गलत हैं। साइंस आए दिन तरक्की करती है, बीमारियों से तभी बचा जा सकता है जब हम साइंटिफिकली उनसे लड़ेंगे। तो उनका एक वर्बल अटैक है प्रोफेशन के ऊपर, जो कि बहुत बहुत गलत है। वो बहुत गलत चीज़ है जी। ਅਸੀਂ ਵੀ ਇੱਥੋਂ ਲੁਧਿਆਣਾ ਚੋਂ ਪੁਲਿਸ ਕੰਪਲੇਂਟ ਲਿਖਵਾਈ ਸੀ। सो मतलब there should have been some action against that, and national IMA has also been fighting this। तो उनके अगेंस्ट कोई ना कोई कार्रवाई होनी चाहिए। इतना गलत बोलने का कोई मतलब ही नहीं बनता है किसी भी प्रोफेशन के अगेंस्ट। या तो आपको उसकी नॉलेज हो, अगर आपको उस प्रोफेशन की नॉलेज नहीं है तो आपका कोई राइट नहीं बनता कि आप उसके अगेंस्ट बोलें। भरेश शर्मा दी रिपोर्ट, द समर न्यूज़। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ Instagram ਨੂੰ ਫੋਲੋ ਕਰਨਾ ਨਾ ਭੁੱਲਿਓ।